ਸਾਰੇ ਕ੍ਰਿਸਚੀਅਨ ਜੈਮ ਸੀਗੇ। ਮੇਰੀ ਗਵਾਹੀ ਇਸ ਤਰ੍ਹਾਂ ਪਾਸਟਰ ਜੀ, ਜਿੱਦਾਂ ਮਤਲਬ ਮੈਂ ਨਵੇਂ ਚਰਚ ਦੇ ਵਿੱਚ ਆਉਂਦੀ ਸੀ ਪਾਸਟਰ ਜੀ, ਉਦੋਂ ਮੈਨੂੰ ਪਰਮੇਸ਼ਵਰ ਦੇ ਬਾਰੇ ਕੁਛ ਨਹੀਂ ਸੀ ਪਤਾ ਪਾਸਟਰ ਜੀ। ਓਕੇ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਪੈਰ ਦੇ ਉੱਤੇ ਚੋਟ ਲੱਗੀ ਸੀਗੀ। ਹਾਂਜੀ ਪਾਸਟਰ। ਔਰ ਕਿੰਨੇ ਸਾਲ ਪੁਰਾਣੀ ਉਹ ਚੋਟ ਸੀ ਤੁਹਾਡੀ? ਪਾਸਟਰ ਜਦੋਂ ਮੈਂ ਕੁਵਾਰੀ ਹੁੰਦੀ ਸੀ ਉਦੋਂ ਦੀ ਸੀਗੀ। ਓਕੇ, ਕੁਵਾਰੀ ਹੁੰਦੀ ਸੀ ਤੁਸੀਂ? ਹਾਂਜੀ। ਤੁਸੀਂ ਖੁੱਲ ਕੇ ਆਪ ਦੱਸੋ ਕਿੱਦਾਂ ਚੋਟ ਲੱਗੀ ਔਰ ਕੀ ਉਸ ਤੋਂ ਬਾਅਦ ਹੋਇਆ? ਅਸੀਂ ਜਿੱਦਾਂ ਮਤਲਬ ਮੈਂ ਕੁਵਾਰੀ ਹੁੰਦੀ ਸੀ, ਜਿੱਦਾਂ ਸਾਡੇ ਮਤਲਬ ਵਿਆਹ ਦੀ ਤਾਰੀਖ ਰੱਖੀ ਸੀਗੀ ਅਤੇ ਅਸੀਂ ਘਰ ਦੀ ਤਿਆਰੀ ਕਰਦੇ ਸੀਗੇ ਅਤੇ ਮੈਂ ਮਤਲਬ ਆਪਣੇ ਘਰ ਦੀ ਸਾਫ਼ ਸਫਾਈ ਕਰਦੀ ਸੀਗੀ। ਗੋਹਾ ਮਤਲਬ ਮਿਲਾਉਂਦੀ ਪਈ ਸੀ, ਜਿਸ ਤਰ੍ਹਾਂ ਉਹ ਕੱਚੇ ਘਰਾਂ ਦੇ ਵਿੱਚ ਗੋਹਾ ਫੇਰਦੇ ਆ। ਹਾਂਜੀ ਬਸ ਜੀ। ਓਕੇ, ਔਰ ਤੁਸੀਂ ਉਹ ਮਿਲਾਉਂਦੇ ਪਏ ਸੀ? ਹਾਂਜੀ ਬਸ ਜੀ। ਜਦੋਂ ਤੁਸੀਂ ਅਨਮੈਰਿਡ ਸੀਗੇ? ਹਾਂਜੀ ਬਸ ਜੀ। ਤੇ ਬਸ ਜੀ ਕਹੀ ਨਾਲ ਜਿੱਦਾਂ ਮੈਂ ਮਿਲਾਉਂਦੀ ਸੀ ਤੇ ਕਹੀ ਨਾਲ ਮੇਰੇ ਅੰਗੂਠੇ ਦੇ ਜਿੱਦਾਂ ਮਤਲਬ ਸੱਟ ਲੱਗੀ 9 ਦੇ ਉੱਪਰ। ਮਤਲਬ ਉਹ ਕਹੀ ਨੇ ਤੁਹਾਡੇ ਅੰਗੂਠੇ ਨੂੰ ਕੱਟ ਦਿੱਤਾ ਸੀਗਾ? ਹਾਂਜੀ ਬਸ ਜੀ। ਓਕੇ। ਤੇ ਬਸ ਜੀ ਉਸ ਦਰਦ ਨਾਲ ਮੈਂ ਸੋਚਿਆ ਮੈਂ ਕਿਹਾ ਠੀਕ ਹੋ ਜਾਣਾ ਹੈਗਾ, ਵੈਸੇ ਹੀ ਹੈਗੇ ਜਿੱਦਾਂ ਮਤਲਬ ਹੋ ਜਾਣਾ ਠੀਕ। ਫਿਰ ਮਹੀਨਾ 2 ਮਹੀਨਾ ਜਿੱਦਾਂ ਮਤਲਬ ਉਹ ਦਰਦ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਰਹਿੰਦੀ ਸੀਗੀ ਅਤੇ ਦਵਾਈਆਂ ਲਿੱਤੀਆਂ, ਕੁਛ ਮਤਲਬ ਆਰਾਮ ਆ ਗਿਆ ਸੀਗਾ। ਫਿਰ ਬਸ ਜਿੱਦਾਂ ਮਤਲਬ ਕੁਛ ਦਿਨਾਂ ਬਾਅਦ ਮਹੀਨੇ 2 ਮਹੀਨੇ ਬਾਅਦ ਉਹੀ ਫਿਰ ਹੋ ਗਈ ਬਸ ਜੀ। ਓਕੇ, ਔਰ ਉਸ ਤੋਂ ਬਾਅਦ ਤੁਹਾਡੀ ਮੈਰਿਜ ਹੋਈ? ਹਾਂਜੀ ਬਸ ਜੀ। ਤੇ ਮੈਰਿਜ ਦੇ ਦੌਰਾਨ ਵੀ ਉਹ ਠੀਕ ਨਹੀਂ ਹੋਇਆ? ਹਾਂਜੀ ਬਸ ਜੀ। ਤੁਸੀਂ ਉਹਦੀ ਚੰਗਾਈ ਪਾਉਣ ਲਈ ਕੀ ਕੀਤਾ ਸੀਗਾ? ਅਸੀਂ ਉਹਦੀ ਚੰਗਾਈ ਪਾਉਣ ਲਈ ਅਸੀਂ ਮਤਲਬ ਬੜਾ ਕੁਝ ਕੀਤਾ, ਬੜੇ ਬਾਬਿਆਂ ਸਿਆਣਿਆਂ ਕੋਲ ਗਏ, ਡਾਕਟਰਾਂ ਕੋਲ ਗਏ, ਹੌਸਪੀਟਲਾਂ ਦੇ ਜਾ ਕੇ ਮੈਂ ਖੁਦ ਮਤਲਬ ਭਰਤੀ ਹੁੰਦੀ ਸੀ ਵੀ ਮੈਨੂੰ ਇੱਥੇ ਐਡਮਿਟ ਕਰ ਲਓ, ਮੈਂ ਚੰਗੀ ਨਹੀਂ ਹੁੰਦੀ ਹਾਂ। ਤੇ ਮਤਲਬ ਜਿੰਨਾ ਵੀ ਪੈਸਾ। ਓਕੇ, ਔਰ ਤੁਸੀਂ ਕਿਉਂ ਡਾਕਟਰ ਨੇ ਕਹਿੰਦੇ ਸੀ ਕਿ ਮੈਨੂੰ ਇੱਥੇ ਐਡਮਿਟ ਕਰ ਲਓ ਕਿਉਂਕਿ ਮੈਂ ਚੰਗੀ ਨਹੀਂ ਹੁੰਦੀ? ਕਿਉਂ ਤੁਸੀਂ ਕਹਿੰਦੇ? ਮਤਲਬ ਬਾਰ ਇਹ ਹੁੰਦਾ ਸੀ, ਮੈਂ ਬਹੁਤ ਜ਼ਿਆਦਾ ਇਹਦੇ ਨਾਲ ਪਰੇਸ਼ਾਨ ਸੀਗੇ। ਰਾਤ ਨੂੰ ਉੱਠ ਕੇ ਮੈਂ ਰੋਣਾ ਤੇ ਮਤਲਬ ਜਿੱਦਾਂ ਮਤਲਬ ਪਾਸਟਰ ਜੀ ਮਤਲਬ ਮੈਂ ਬਹੁਤ ਹੀ ਜ਼ਿਆਦਾ ਦੁਖੀ ਸੀ, ਪਰੇਸ਼ਾਨ ਸੀ ਇਹਦੇ ਨਾਲ। ਮੈਂ ਪੈਸਾ ਵੀ ਬਹੁਤ ਲਾ ਚੁੱਕੀ ਸੀ ਇਹਦੇ ਤੇ ਪਤਾ ਨਹੀਂ ਕਿਹੜੇ ਬਾਬੇ ਸਿਆਣਿਆਂ ਕੋਲ ਗਏ, ਗੁਰਦੁਆਰਿਆਂ 'ਚ ਵੀ ਗਈ, ਮਤਲਬ ਇੱਥੇ ਵੀ DAV ਕਾਲਜ ਇੱਕ ਬਾਬਾ ਉੱਥੇ ਵੀ ਗਈ, ਫਾਂਡੇ ਵੀ ਮੈਂ ਬੜੇ ਕਰਾਏ ਸੀਗੇ ਪਾਸਟਰ ਜੀ ਉਹਦੇ 'ਤੇ। ਮਤਲਬ ਬਹੁਤ ਹੀ ਜ਼ਿਆਦਾ ਬੜੀ ਪਰੇਸ਼ਾਨ ਸੀ ਬਹੁਤ। ਜੇ ਮੈਂ ਇੱਦਾਂ ਸੋਚਦੀ ਸੀ ਵੀ ਆਪਣੇ ਆਪ ਨੂੰ ਜਾਂ ਤਾਂ ਮੈਂ ਮਾਰ ਲਵਾਂ ਜਾਂ ਇਸ ਅੰਗੂਠੇ ਨੂੰ ਜਾਂ ਪੈਰ ਨੂੰ ਹੀ ਸਾਰਾ ਮੈਂ ਵਢਾ ਦੇਵਾਂ, ਮੈਨੂੰ ਮਤਲਬ ਛੁਟਕਾਰਾ ਮਿਲੇ, ਕੋਈ ਆਜ਼ਾਦੀ ਮਿਲੇ ਪਾਸਟਰ ਜੀ। ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਸ ਤੋਂ। ਓਕੇ, ਔਰ ਜਦੋਂ ਤੁਸੀਂ ਡਾਕਟਰਾਂ ਕੋਲ ਜਾਂਦੇ ਸੀ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ? ਡਾਕਟਰ ਦਵਾਈਆਂ ਦੇ ਦਿੰਦੇ, ਟੀਕੇ ਟੂਕੇ ਲਾ ਦਿੰਦੇ ਅਤੇ ਫਿਰ ਬੁਲਾਉਂਦੇ, ਜਦੋਂ ਫਿਰ ਚੱਲ ਜਾਂਦੇ। ਫਿਰ ਜਿੱਦਾਂ ਮਤਲਬ ਪਾਸਟਰ ਜੀ ਵਿਚਾਲੇ ਫਿਰ ਆਰਾਮ ਆ ਜਾਂਦਾ ਅਤੇ ਫਿਰ ਵੀ ਹੋ ਜਾਂਦਾ ਪਾਸਟਰ ਜੀ, ਜਿੱਦਾਂ ਮਤਲਬ ਹੁੰਦਾ ਹੀ ਰਹਿੰਦਾ, ਇਹ ਜੜ ਤੋਂ ਨਹੀਂ ਸੀ ਖਤਮ ਹੁੰਦਾ, ਉੱਦਾਂ ਹੀ ਬਾਰ ਇੰਨੇ ਹੋਣਾ। ਅਤੇ ਫਿਰ ਮਤਲਬ ਨੌ ਹੀ ਮੇਰਾ ਉਖੜ ਜਾਂਦਾ, ਪਤਾ ਨਹੀਂ ਕਿੰਨੀ ਵਾਰੀ ਮੈਂ ਨੌ ਨੂੰ ਉਖੜਵਾਇਆ, ਆ ਜਾਂਦਾ ਫਿਰ ਨੌ ਉਖੜ ਜਾਂਦਾ, ਫਿਰ ਨੌ ਆ ਜਾਂਦਾ ਫਿਰ ਉਖੜ ਜਾਂਦਾ। ਇੱਦਾਂ ਮੇਰੇ ਜੀਵਨ 'ਚ ਮਤਲਬ ਚੱਲਦਾ ਹੀ ਰਿਹਾ ਕਿੰਨੇ ਹੀ ਸਾਲ ਪਾਸਟਰ ਜੀ। ਜਿੱਦਾਂ ਫਿਰ ਮਤਲਬ ਪਾਸਟਰ ਜੀ ਮਤਲਬ ਤੇ ਫਿਰ ਮੈਂ ਇੱਕ ਦਿਨ ਉਸ ਤੋਂ ਬਾਅਦ ਮਤਲਬ ਤੁਹਾਡੇ ਪਤੀ ਹਸਬੈਂਡ ਵੀ, ਤੁਹਾਡੀ ਮੈਰਿਜ ਹੋ ਗਈ ਸੀਗੀ? ਹਾਂਜੀ ਬਸ। ਔਰ ਮੈਰਿਜ ਤੋਂ ਬਾਅਦ ਤੁਹਾਡੇ ਹਸਬੈਂਡ ਵੀ ਨਾਲ ਲੈ ਕੇ ਜਾਂਦੇ ਹੋਣਗੇ? ਹਾਂਜੀ ਬਸ ਨਾਲ। ਉਹਨਾਂ ਨੂੰ ਮਾਈਕ ਦੇਣਾ। ਓਕੇ, ਜਦੋਂ ਤੁਸੀਂ ਇਹਨਾਂ ਨੂੰ ਲੈ ਕੇ ਜਾਂਦੇ ਸੀਗੇ ਤੁਸੀਂ ਕੀ ਦੇਖਦੇ ਸੀ, ਕਿੱਦਾਂ ਉਸ ਸਮੇਂ ਸਮੱਸਿਆ ਤੁਹਾਨੂੰ ਆਉਂਦੀ ਸੀਗੀ? ਮਾਸਟਰ ਜੀ ਮੈਨੂੰ ਉਹ ਦਿਨ ਅੱਜ ਵੀ ਯਾਦ ਆ ਜਾਂਦੇ ਨਾ। ਮਤਲਬ ਔਰ ਜਦੋਂ ਤੁਸੀਂ ਲੈ ਕੇ ਜਾਂਦੇ ਸੀ ਕਿੱਦਾਂ ਦੀਆਂ ਸਮੱਸਿਆ ਤੁਹਾਡੀ ਲਾਈਫ 'ਚ ਆਉਂਦੀਆਂ ਸੀਗੀਆਂ? ਓਕੇ, ਇਹਨਾਂ ਦੀ ਹੱਥ ਕਮਲਾ ਸਿੱਟਣ ਦੇਣਾ। ਕਿੱਦਾਂ ਦੀਆਂ ਸਮੱਸਿਆ ਆਉਂਦੀਆਂ ਸੀਗੀਆਂ? ਅਸੀਂ ਬਹੁਤ ਹੀ ਜ਼ਿਆਦਾ ਸਮੱਸਿਆ ਆਉਂਦੀਆਂ ਸੀ। ਜਿੱਦਾਂ ਹੀ ਮੈਨੂੰ ਲੈ ਕੇ ਜਾਂਦੇ, ਇੱਕ ਟੁੱਟਿਆ ਹੋਇਆ ਸਾਈਕਲ ਸੀਗਾ ਸਾਡੇ ਕੋਲ, ਕੋਈ ਮਤਲਬ ਸਾਧਨ ਵੀ ਨਹੀਂ ਸੀਗਾ ਪਾਸਟਰ ਜੀ। ਉਹੀ ਇੱਕ ਸਾਈਕਲ ਸੀਗਾ, ਉਹਦੀ ਵੀ ਵਾਰ ਚੈਨ ਉਤਰਦੀ ਸੀ ਕਿਉਂਕਿ ਅਸੀਂ ਪੈਸੇ ਤੋਂ ਵੀ ਬਹੁਤ ਜ਼ਿਆਦਾ ਮਜਬੂਰ ਹੁੰਦੇ ਸੀਗੇ। ਉਦੋਂ ਸਾਡੇ ਕੋਲ ਕੋਈ ਪੈਸਾ ਨਹੀਂ ਸੀ ਹੁੰਦਾ। ਓਕੇ, ਮਤਲਬ ਫਾਈਨੈਂਸ਼ਲੀ ਪ੍ਰੋਬਲਮ ਹੋਈ ਸੀਗੀ? ਹਾਂਜੀ ਬਸ ਜੀ। ਔਰ ਉੱਪਰੋਂ ਤੁਹਾਨੂੰ ਇਹ ਬਿਮਾਰੀ ਜੋ ਅੰਗੂਠੇ ਦੀ ਲੱਗੀ ਪਈ ਸੀਗੀ? ਹਾਂਜੀ ਬਸ ਜੀ। ਔਰ ਕਿੰਨੇ ਸਾਲ ਤੱਕ ਤੁਹਾਨੂੰ ਇਹ ਬਿਮਾਰੀ ਤੁਹਾਡੇ ਸਰੀਰ 'ਚ ਰਹੀ ਸੀਗੀ? ਅਸੀਂ ਜੀ ਮੈਨੂੰ 12-13 ਸਾਲ ਤੱਕ ਇਹ ਬਿਮਾਰੀ ਦੇ ਵਿੱਚ ਮੈਂ ਓਕੇ, 12-13 ਸਾਲ ਤੁਸੀਂ ਲਗਾਤਾਰ ਇਸ ਬਿਮਾਰੀ ਨਾਲ ਜੂਝਦੇ ਰਹੇ? ਹਾਂਜੀ ਬਸ। ਔਰ ਉਹਦੇ ਵਿੱਚ ਤੁਹਾਨੂੰ ਕਾਫੀ ਪਰੇਸ਼ਾਨੀ ਆਈਆਂ? ਕਾਫੀ ਬਹੁਤ ਜ਼ਿਆਦਾ ਪਰੇਸ਼ਾਨੀ ਆਈ। ਇਹ ਮੈਨੂੰ ਹਰ ਕਿਤੇ ਲੈ ਕੇ ਜਾਂਦਾ, ਸਾਈਕਲ ਦੇ ਉੱਤੇ ਬਿਠਾ ਕੇ ਜਿੱਦਾਂ ਮੈਨੂੰ ਲੈ ਕੇ ਜਾਂਦਾ ਦਵਾਈਆਂ ਲੈਣ ਵਾਸਤੇ, ਬਾਬਿਆਂ ਸਿਆਣਿਆਂ ਕੋਲ ਲੈ ਕੇ ਜਾਂਦਾ। ਫਿਰ ਅਸੀਂ ਰੋਂਦੇ ਫਿਰ ਘਰੇ ਆਉਣਾ। ਇਹ ਵੀ ਮੇਰੇ ਨਾਲ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਵੀ ਮੈਂ ਰਾਤ ਨੂੰ ਰੋਂਦੀ ਸੀ, ਇਹ ਵੀ ਮੇਰੇ ਨਾਲ ਰੋਂਦਾ ਸੀ। ਕਦੇ ਮੈਨੂੰ ਜਾਣ ਕੇ ਮਤਲਬ ਹਲੇਮੀ ਦਿੰਦਾ ਸੀ ਵੀ ਤੁਸੀਂ ਸੋ ਜਾਓ, ਕੋਈ ਗੱਲ ਨਹੀਂ, ਹੋ ਜਾਣਾ ਠੀਕ। ਅਸੀਂ ਬਹੁਤ ਜ਼ਿਆਦਾ ਪਾਸਟਰ ਜੀ ਦੋਨੇ ਜਣੇ ਬਹੁਤ ਜ਼ਿਆਦਾ ਦੁਖੀ ਸੀਗੇ ਇਸ ਪੈਰ ਦੀ ਵਜ੍ਹਾ ਦੇ ਨਾਲ। ਓਕੇ, ਔਰ ਜਦੋਂ ਇਹਨਾਂ ਨੂੰ ਦੇਣਾ ਹਸਬੈਂਡ ਨੂੰ ਫੋਨ, ਜਦੋਂ ਤੁਹਾਡੀ ਵਾਈਫ ਦਾ ਪੈਰ ਦਾ ਅੰਗੂਠਾ ਠੀਕ ਨਹੀਂ ਸੀ ਹੁੰਦਾ, ਤੁਹਾਡੇ ਦਿਮਾਗ ਵਿੱਚ ਕੀ ਆਉਂਦਾ ਸੀ, ਕੀ ਸੋਚ ਆਉਂਦੀ ਸੀ? ਮਾਸਟਰ ਜੀ ਆਪਾਂ ਮੰਮੀ ਨੂੰ ਦੱਸਿਆ ਸੀਗਾ ਅਤੇ ਫਿਰ ਇਹਨਾਂ ਦੇ ਮੰਮੀ ਵੀ ਆਏ ਹੈਗੇ ਅਤੇ ਫਿਰ ਆਪਾਂ ਮਤਲਬ ਫੈਸਲਾ ਇਹ ਕਰ ਲਿਆ ਸੀਗਾ ਵੀ ਆਪਾਂ ਵਢਾਉਣਾ ਪੈਣਾ ਹੈਗਾ ਸਾਨੂੰ ਅੰਗੂਠਾ। ਕਿਉਂਕਿ ਜਿਹੜਾ ਨੌ ਸੀਗਾ ਨਾ ਅੰਗੂਠੇ ਦਾ, ਉਹ ਜਿੱਦਾਂ ਸਾਡੇ ਨੌ ਸਾਹਮਣੇ ਤੋਂ ਆਉਂਦੇ ਕੇ ਵੱਧ ਜਾਂਦੇ ਅਤੇ ਇਹਨਾਂ ਦੇ ਬਸ ਜੀ ਥੱਲੇ ਤੋਂ ਨਾ ਇੱਦਾਂ ਨਿਕਲਦਾ ਸੀਗਾ ਮਾਸ ਚੀਰ ਕੇ, ਅਤੇ ਫਿਰ ਉਹ ਹਰੇਕ ਵਾਰ ਮਤਲਬ ਪੂਰਾ ਥੱਲੇ ਚੱਲ ਜਾਂਦਾ ਸੀਗਾ
ਜਿਹੜੇ ਚੱਪਲ ਬੂਟ ਪਾਉਂਦੇ ਸੀਗੇ ਨਾ ਉਹਦੇ ਵਿੱਚ ਵੀ ਚੱਲ ਜਾਂਦਾ ਸੀਗਾ ਉਹ ਨਾਂ। ਤੇ ਫਿਰ ਆਪਾਂ ਸਾਡੇ ਰਿਸ਼ਤੇਦਾਰਾਂ ਨੂੰ ਦੱਸਿਆ ਤੇ ਫਿਰ ਕਹਿੰਦੇ ਵੀ ਇਹਦਾ ਇਲਾਜ ਨਹੀਂ ਹੋਊਗਾ। ਤੇ ਇਹ ਜਿਹੜਾ ਸਾਡੇ ਇੱਕ ਗੁਆਂਢੀ ਹੈਗਾ ਸਾਡੇ ਮਹੱਲੇ ਵਾਲੇ ਨੂੰ ਪਤਾ ਹੈਗਾ ਸਾਰਿਆਂ ਨੂੰ, ਉਹ ਤੀਸਰੇ ਨੰਬਰ ਗਲੀ ਦੇ ਵਿੱਚ ਰਹਿੰਦਾ ਹੈਗਾ ਵਿਚਾਰਾ, ਉਹਦਾ ਨਾਂ ਸੀਗਾ ਚੰਨਾ ਰਾਮ। ਤੇ ਉਹਦੇ ਮਤਲਬ ਇਹੀ ਬਿਮਾਰੀ ਸੀਗੀ। ਤੇ ਬਸ ਜੀ ਉਹਦਾ ਮਤਲਬ ਹਰੇਕ ਸਾਲ ਨਾ ਕਦੇ ਉਂਗਲੀ ਕਦੇ ਅੰਗੂਠਾ ਮਤਲਬ ਹਰੇਕ ਵਾਰੀ ਵੱਢ ਹੁੰਦਾ ਸੀਗਾ, ਕਿਉਂਕਿ ਇਹ ਜਿਹੜੀ ਬਿਮਾਰੀ ਸੀਗੀ ਨਾ ਇਹ ਰਿਐਕਸ਼ਨ ਕਰਦੀ ਸੀਗਾ ਅੱਗੇ ਤੋਂ ਅੱਗੇ। ਤੇ ਹੁਣ ਉਹ ਬੰਦਾ ਮਤਲਬ ਉਹਦੇ ਹੱਥਾਂ ਪੈਰਾਂ ਦੀਆਂ ਸਾਰੀਆਂ ਉਂਗਲੀਆਂ ਮਤਲਬ ਵੱਢ ਚੁੱਕੀ ਹੈ। ਮਤਲਬ ਉਹਦਾ ਇਲਾਜ ਨਹੀਂ ਸੀ ਹੁੰਦਾ ਤੇ ਉਹ ਉਂਗਲੀਆਂ ਨੂੰ ਕੱਟਣਾ ਇਲਾਜ ਸੀਗਾ, ਉਹਦਾ ਕੱਟਣਾ ਇਲਾਜ ਸੀਗਾ। ਤੇ ਫਿਰ ਜਦੋਂ ਇਹ ਆਪਣੇ ਮਤਲਬ ਜੇ ਤੁਸੀਂ ਦੇਖਦੇ ਸੀਗੇ ਕਿ ਉਸ ਵਿਅਕਤੀ ਦੇ ਜੋ ਹੱਥਾਂ ਦੀ ਜੋ ਪ੍ਰੋਬਲਮ ਸੀ ਜਿੱਦਾਂ ਸੇਮ ਤੁਹਾਡੀ ਪਤਨੀ ਨੂੰ ਸੀਗੀ, ਹਾਂਜੀ ਹਾਂਜੀ, ਔਰ ਉਹਨਾਂ ਦਾ ਵੀ ਇਲਾਜ ਮੁਕੰਮਲ ਨਹੀਂ ਸੀ ਹੁੰਦਾ, ਠੀਕ ਨਹੀਂ ਸੀ ਹੁੰਦੇ, ਬਲਕਿ ਉਹ ਜ਼ਖਮ ਜਦੋਂ ਹੀ ਮਤਲਬ ਅੱਗੇ ਤੋਂ ਅੱਗੇ ਵੱਧਦਾ ਸੀਗਾ ਔਰ ਜਿਹਦੇ ਕਰਕੇ ਉਂਗਲੀਆਂ ਨੂੰ ਕੱਟਣਾ ਪੈਂਦਾ ਸੀਗਾ। ਹਾਂਜੀ ਬਸ ਜੀ। ਔਰ ਉਸ ਸਮੇਂ ਜੋ ਤੁਸੀਂ ਦੇਖਦੇ ਤੁਹਾਡੇ ਮਨ ਵਿੱਚ ਕੀ ਆਉਂਦਾ ਸੀ? ਬਸ ਜੀ ਆਪਾਂ ਇਹ ਦੇਖ ਲਿਆ ਸੀਗਾ ਵੀ ਚਲੋ ਹੁਣ ਜੇ ਸਾਰਿਆਂ ਨੇ ਹੁਣ ਕਹਿ ਦਿੱਤਾ ਤਾਂ ਆਪਾਂ ਮਤਲਬ ਘਰ ਦੇ ਵਿੱਚ ਬਿਠਾ ਕੇ 2-4 ਬੰਦੇ ਸਿਆਣੇ ਜਿੱਦਾਂ ਇਹਨਾਂ ਦੇ ਮੰਮੀ ਡੈਡੀ ਹੋ ਗਏ, ਭਰਾ ਹੋ ਗਏ, ਮੈਂ ਆਪਣੇ ਘਰ ਦੇ ਨਾਲ ਗੱਲ ਕੀਤੀ ਤੇ ਮੰਮੀ ਹੁਣੀ ਕਹਿੰਦੀ ਵੀ ਚਲੋ ਹੁਣ ਨਹੀਂ ਇਲਾਜ ਹੁੰਦਾ ਤਾਂ ਫਿਰ ਵਧਾਉਣਾ ਪਊਗਾ ਤੇ ਕੋਈ ਨਹੀਂ। ਮਤਲਬ ਤੁਸੀਂ ਜਦੋਂ ਉਹ ਦੇਖਦੇ ਸੀਗੇ ਤਾਂ ਤੁਹਾਨੂੰ ਲੱਗਦਾ ਸੀਗਾ ਕਿ ਤੁਹਾਡੀ ਪਤਨੀ ਦਾ ਵੀ ਅੰਗੂਠੇ ਦਾ ਪੈਰ ਠੀਕ ਨਹੀਂ ਹੋ ਸਕਦਾ? ਹਾਂਜੀ ਹਾਂਜੀ। ਔਰ ਜਿਹਦੇ ਕਰਕੇ ਤੁਸੀਂ ਸੋਚਦੇ ਸੀ ਕਿ ਅਸੀਂ ਆਪਣੇ ਫੈਮਿਲੀ ਦੇ ਮੈਂਬਰ ਇਕੱਠੇ ਕਰ ਲਈਏ, ਹਾਂਜੀ ਹਾਂਜੀ, ਜੇ ਸਲਾਹ ਕਰਕੇ ਤੇ ਉਹ ਅੰਗੂਠੇ ਨੂੰ ਕਟਵਾ ਦਈਏ। ਹਾਂਜੀ ਹਾਂਜੀ ਬਸ ਜੀ। ਔਰ ਕਿਉਂਕਿ ਤੁਸੀਂ ਉਹ ਦੇਖਿਆ ਸੀਗਾ ਕਿ ਉਹ ਠੀਕ ਨਹੀਂ ਸੀ ਹੁੰਦਾ, ਔਰ ਤੁਸੀਂ ਇਹ ਵੀ ਦੇਖਿਆ ਸੀਗਾ ਕਿ ਕਈ ਹੋਰ ਕਿਸੇ ਦੇ ਵੀ ਸੀਗੇ ਤੇ ਉਹਦੇ ਵੀ ਠੀਕ ਨਹੀਂ ਸੀ ਹੋਇਆ, ਔਰ ਸੇਮ ਪ੍ਰੋਬਲਮ ਤੁਹਾਡੀ ਪਤਨੀ ਦੇ ਵੀ ਉਦਾਂ ਹੀ ਸੀਗੀ। ਹਾਂਜੀ ਬਸ। ਓਕੇ। ਔਰ ਹੋਰ ਕੀ ਤੁਹਾਡੇ ਦਿਮਾਗ ਵਿੱਚ ਆਉਂਦਾ ਸੀਗਾ? ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਮੈਨੂੰ ਲੱਗਦਾ ਸੀਗਾ ਕਿ ਕੋਈ ਕੈਂਸਰ ਵਗੈਰਾ ਨਾ ਕੁਝ ਇਦਾਂ ਹੋਵੇ। ਬਿਮਾਰੀ ਦਾ ਡਰ ਸੀਗਾ ਪਾਸਟਰ ਜੀ। ਜਿੱਦਾਂ ਇਹਨਾਂ ਦੇ ਡੈਡੀ ਆਏ ਤੇ ਫਿਰ ਉਹ ਚਲੋ ਉਮਰ ਸੀਗੀ ਉਹਨਾਂ ਦੀ ਤੇ ਉਹ ਕਹਿੰਦੇ ਪਏ ਸੀ ਕਿ ਵੀ ਇਹ ਬਿਮਾਰੀ ਸ਼ਾਇਦ ਕੈਂਸਰ ਦੀ ਹੋ ਸਕਦੀ ਹੈਗੀ। ਤੇ ਫਿਰ ਉਦੋਂ ਹੀ ਮਤਲਬ ਸਾਨੂੰ ਜ਼ਿਆਦਾ ਹੋਰ ਦੁੱਖ ਲੱਗ ਗਿਆ ਵੀ ਸਾਡੇ ਕੋਲ ਤਾਂ ਸਾਈਕਲ ਵੀ ਟੁੱਟਾ ਜਿਹਾ ਹੈਗਾ ਤੇ ਮੈਂ ਕਿਹਾ ਇੱਦਾਂ ਦੀ ਕੋਈ ਹੋ ਗਈ ਤਾਂ ਫਿਰ ਆਪਾਂ ਕੀ ਕਰਾਂਗੇ। ਤੁਸੀਂ ਮਤਲਬ ਇਹ ਸੋਚਿਆ ਕਿ ਸਾਡੇ ਕੋਲ ਤੇ ਇੰਨੀ ਕੋਈ ਫਾਈਨੈਂਸ਼ੀਅਲੀ ਬਲੈਸਿੰਗ ਵੀ ਨਹੀਂ ਹੈਗੀ, ਇੰਨੇ ਅਸੀਂ ਪੈਸਾ ਵੀ ਨਹੀਂ ਹੈਗਾ, ਇੱਕ ਟੁੱਟਾ ਜਿਹਾ ਸਾਈਕਲ ਇੱਥੇ ਅਸੀਂ ਜਾਂਦੇ ਆ। ਹਾਂਜੀ ਹਾਂਜੀ। ਔਰ ਜਦੋਂ ਤੁਸੀਂ ਸਾਈਕਲ ਤੇ ਜਾਂਦੇ ਸੀ ਤੁਹਾਨੂੰ ਕਾਫੀ ਪਰੇਸ਼ਾਨੀਆਂ ਵੀ ਆਉਂਦੀਆਂ ਹੋਣਗੀਆਂ। ਹਾਂਜੀ ਪਾਸਟਰ ਜੀ, ਚੈਨ ਵੀ ਉਹਦੀ ਸਹੀ ਨਹੀਂ ਹੁੰਦੀ ਸੀਗੀ ਤੇ ਸਾਡੇ ਕੋਲ ਪੈਸੇ ਵੀ ਨਹੀਂ ਸੀਗੇ ਤੇ ਫਿਰ ਇੱਦਾਂ ਮਤਲਬ ਕਿਸੇ ਕੋਲ ਉਧਾਰੇ ਲੈ ਕੇ ਜਾਣਾ, 100-50 ਰੁਪਏ 1500 ਲੈ ਲੈਣਾ, ਕਦੇ ਵਾਲੀਆਂ ਰੱਖ ਦੇਣੀਆਂ, ਕਦੇ ਕੁਛ ਰੱਖ ਦੇਣਾ ਗਾ। ਤੇ ਇੱਦਾਂ ਆਪਾਂ ਇਲਾਜ ਕਰਾਈ ਗਏ ਤੇ ਫਿਰ ਇਹ ਆਪਣੇ ਇਹਨਾਂ ਦਾ ਨਾਂ ਔਰ ਫਿਰ ਵੀ ਮਤਲਬ ਇਲਾਜ ਕੰਪਲੀਟ ਨਹੀਂ ਸੀ ਹੁੰਦਾ? ਨਹੀਂ ਬਸ ਜੀ। ਔਰ ਤੁਸੀਂ ਪੂਰੀ ਤਰ੍ਹਾਂ ਇਸ ਬਿਮਾਰੀ ਤੋਂ ਹਾਰ ਚੁੱਕੇ ਸੀਗੇ? ਹਾਂਜੀ ਬਸ ਜੀ ਹਾਰ। ਔਰ ਤੁਸੀਂ ਇੱਕੋ ਦੇਖ ਲਿਆ ਕਿ ਹੁਣ ਸਿਰਫ ਉਹ ਪੈਰ ਦਾ ਅੰਗੂਠਾ ਕਟਾਉਣਾ ਪਏਗਾ? ਹਾਂਜੀ ਹਾਂਜੀ ਬਸ। ਔਰ ਜਿਹਦੇ ਕਰਕੇ ਤੁਸੀਂ ਮਤਲਬ ਆਪਣੀ ਫੈਮਿਲੀ ਦੇ ਮੈਂਬਰਾਂ ਨੂੰ ਵੀ ਮਤਲਬ ਇਕੱਠਾ ਕਰਨਾ ਚਾਹੁੰਦੇ ਸੀਗੇ ਕਿ ਆਪਾਂ ਪੈਰ ਦਾ ਅੰਗੂਠਾ ਕਟਾ ਲਈਏ? ਹਾਂਜੀ ਬਸ। ਔਰ ਇਹਨਾਂ ਨੂੰ ਦੇਣਾ ਫੋਨ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਪੂਰੀ ਤਰ੍ਹਾਂ ਹਾਰ ਗਏ, ਥੱਕ ਗਏ, ਔਰ ਉਸ ਤੋਂ ਬਾਅਦ ਤੁਹਾਨੂੰ ਕਿੱਦਾਂ ਇਸ ਚਰਚ ਦੇ ਬਾਰੇ ਪਤਾ ਲੱਗਾ? ਕਿੱਦਾਂ ਤੁਸੀਂ ਪ੍ਰਭੂ ਦੇ ਕੋਲ ਆਏ? ਅਸੀਂ ਜਿੱਦਾਂ ਅਸੀਂ ਮਤਲਬ ਰਹਿ ਮਸ਼ਵਰਾ ਕਰਕੇ ਬੈਠੇ ਸੀਗੇ ਵੀ ਅੰਗੂਠਾ ਹੁਣ ਵਧਾ ਦੇਣਾ ਅਸੀਂ ਆਪਾਂ ਮਤਲਬ 1-2 ਦਿਨਾਂ ਦੇ ਵਿੱਚ ਪੈਸਿਆਂ ਦਾ ਅਰੇਂਜ ਕਰਦੇ ਪਏ ਸੀਗੇ। ਤੇ ਮੈਂ ਸੰਡੇ ਵਾਲਾ ਦਿਨ ਸੀ ਤੇ ਮੈਂ ਉੱਦਾਂ ਹੀ ਮਤਲਬ ਸਾਡੇ ਘਰ ਦੇ ਅੱਗੇ ਮਤਲਬ ਮੱਝਾਂ ਡਾ ਕੇ ਬੈਠੀ ਸੀਗੀ ਸੁਸਤ ਜੀ ਹੋ ਕੇ। ਉਦੋਂ ਫਿਰ ਚਰਚ ਸਮਾਪਤ ਹੋਇਆ ਤੇ ਸਾਰੀ ਕਲੀਸਿਆ ਆਪਣੇ ਆਪਣੇ ਘਰਾਂ ਨੂੰ ਜਾਂਦੀ ਪਈ ਸੀ। ਪਠਾਣੀ ਸਿਸਟਰ ਵੀ ਉਦੋਂ ਚਰਚ ਦੇ ਵਿੱਚ ਆਈ ਸੀਗੀ ਬਸ ਜੀ, ਉਹ ਵੀ ਜਾਂਦੀ ਪਈ ਸੀ ਤੇ ਮੈਨੂੰ ਵੇਖਿਆ ਕਿ ਭੈਣਾ ਤੇ ਤੂੰ ਕਿੱਦਾਂ ਇੱਦਾਂ ਉਦਾਸ ਜੀ ਬੈਠੀ, ਕੀ ਗੱਲ ਹੋਈ ਹੈ ਤੈਨੂੰ? ਮੈਂ ਫਿਰ ਆਪਣੀ ਮਤਲਬ ਜਿਹੜੀ ਕਹਾਣੀ ਸੀ ਉਹਨੂੰ ਸਾਰੀ ਦੱਸੀ। ਮੈਂ ਕਿਹਾ ਇੱਦਾਂ ਦਾ ਸੀ, ਫੈਸਲਾ ਕੀਤਾ ਵੀ ਮੇਰਾ ਹੁਣ ਜਿਹੜਾ ਮੈਂ ਅੰਗੂਠਾ ਮੈਂ ਵਧਾ ਦੇਣਾ ਹੈਗਾ। ਮੈਂ ਤੁਸੀਂ ਨੂੰ ਦੱਸਿਆ ਕਿ ਮਤਲਬ ਮੈਨੂੰ ਮੇਰੀ ਮੈਰਿਜ ਤੋਂ ਪਹਿਲਾਂ ਦਾ ਜੋ ਰੋਗ ਲੱਗਾ ਹੋਇਆ ਵਾ, ਔਰ ਤੁਹਾਡਾ ਬੱਚਾ ਉਸ ਸਮੇਂ ਕਿੰਨੇ ਸਾਲ ਦਾ ਹੋ ਚੁੱਕਾ ਸੀਗਾ ਜਦੋਂ ਤੁਸੀਂ ਚਰਚ ਦੇ ਵਿੱਚ ਸਟਾਰਟਿੰਗ ਪਹਿਲੀ ਵਾਰੀ ਆਏ? ਅਸੀਂ ਜੀ ਉਦੋਂ ਤਾਂ ਮੈਂ ਮਤਲਬ ਤਿੰਨੇ ਬੱਚੇ ਹੋ ਗਏ ਸੀਗੇ ਤੇ ਵੱਡਾ ਬੱਚਾ ਸੀਗਾ ਜਿਹੜਾ ਉਹ ਮਤਲਬ 12 ਸਾਲ ਦਾ ਹੋ ਗਿਆ ਸੀ। 12 ਸਾਲ ਦਾ। ਔਰ ਤੁਹਾਡੀ ਮੈਰਿਜ ਤੋਂ ਪਹਿਲਾਂ ਸੀ, ਇਹਦਾ ਮਤਲਬ 13-14 ਸਾਲ ਤੋਂ ਤੁਹਾਨੂੰ ਬਿਮਾਰੀ ਸੀਗੀ। ਔਰ ਉਹ ਉਸ ਤੋਂ ਬਾਅਦ ਜੋ ਤੁਹਾਨੂੰ ਜੋ ਕਲੀਸਿਆ ਦੇ ਕੋਈ ਮੈਂਬਰ ਤੁਹਾਨੂੰ ਆਏ ਮਿਲੇ, ਉਹਨਾਂ ਨੇ ਤੁਹਾਡੇ ਨਾਲ ਕੀ ਗੱਲ ਕੀਤੀ? ਅਸੀਂ ਉਹਨੇ ਮੇਰੇ ਨਾਲ ਗੱਲ ਕੀਤੀ ਹੈ ਕਿ ਬਈ ਜਦੋਂ ਤੂੰ ਜਿੱਦਾਂ ਮਤਲਬ ਇੰਨੇ ਬਾਬੇ ਸਿਆਣਿਆਂ ਕੋਲ ਗਏ ਵੀ ਤੇਰਾ ਕੋਈ ਇਲਾਜ ਨਹੀਂ ਹੋਇਆ, ਜਿੱਦਾਂ ਮਤਲਬ ਤੂੰ ਵੱਡਿਆਂ ਹਸਪੀਟਲਾਂ ਦੇ ਵਿੱਚ ਗਈ, ਪੈਸਾ ਵੀ ਖਰਚਾ ਤੇ ਤੇਰਾ ਕੋਈ ਇਲਾਜ ਨਹੀਂ ਹੋਇਆ, ਤੇ ਤੂੰ ਇੱਕ ਕੰਮ ਕਰ ਲੈ ਮੇਰੀ ਭੈਣ, ਤੂੰ ਚਰਚ ਦੇ ਵਿੱਚ ਚੱਲ ਤੇ ਪਰਮੇਸ਼ਰ ਤੈਨੂੰ ਠੀਕ ਕਰੇਗਾ। ਮੈਂ ਸੋਚਿਆ ਵੀ ਮੈਂ ਮਤਲਬ ਪਾਸ਼ਾ ਜੀ ਮੈਂ ਚਰਚ ਦੇ ਬਾਰੇ ਨਹੀਂ ਸੀ ਕੁਝ ਜਾਣਦੀ, ਮੈਨੂੰ ਇਹੀ ਡਰ ਸੀ ਵੀ ਸਾਰੇ ਬਾਬੇ ਸਿਆਣੇ ਮਤਲਬ ਛੁੱਟ ਜਾਣਗੇ ਤੇ ਸਾਰੇ ਬਾਹਰ ਤੇ ਮਾਰ ਛੱਡਣੀ ਪੈਣੀ ਤੇ ਮੈਂ ਚਰਚ ਨਹੀਂ ਜਾਣਾ। ਪਾਸ਼ਾ ਜੀ ਮਤਲਬ ਮੈਂ ਤੁਸੀਂ ਚਰਚ ਨਹੀਂ ਸੀ ਆਉਣਾ ਚਾਹੁੰਦੇ? ਹਾਂਜੀ ਪਾਸ਼ਾ ਮੈਂ ਚਰਚ ਨਹੀਂ ਸੀ ਆਉਣਾ ਚਾਹੁੰਦੀ। ਉਹਨੇ ਮੈਨੂੰ ਬੜਾ ਹੀ ਜ਼ੋਰ ਲਾਇਆ ਕਿ ਤੂੰ ਇੱਕ ਵਾਰੀ ਚਰਚ ਦੇ ਵਿੱਚ ਜਾ ਕੇ ਤੂੰ ਚੰਗੀ ਨਾ ਹੋਈ
ਤੇ ਮੈਂ ਆਪਣੇ ਗੁੱਤ ਕਟਾ ਲੈਣੀ ਹੈਗੀ। ਠੀਕ ਹੈ, ਮਤਲਬ ਉਹਨਾਂ ਨੇ ਬੋਲਿਆ ਕਿ ਤੂੰ ਚਰਚ ਵਿੱਚ ਚੱਲ ਔਰ ਤੇਰੇ ਲਈ ਪ੍ਰਾਰਥਨਾ ਹੈਗੀ, ਪ੍ਰਭੂ ਤੈਨੂੰ ਚੰਗਾ ਕਰੂਗਾ। ਔਰ ਤੂੰ ਚਰਚ ਵਿੱਚ ਮੇਰੇ ਕਹਿਣ ਤੇ ਇੱਕ ਵਾਰੀ ਚੱਲ, ਅਗਰ ਨਾ ਚੰਗੀ ਹੋਈ ਤੇ ਮਤਲਬ ਤੂੰ ਮੇਰੀ ਗੁੱਤ ਕੱਟ ਦੇਣੀ। ਹਾਂਜੀ ਪਾਸਟਰ ਜੀ। ਔਰ ਉਸ ਤੋਂ ਬਾਅਦ ਤੁਸੀਂ ਕੀ ਫੈਸਲਾ ਲਿਆ? ਉਸ ਤੋਂ ਬਾਅਦ ਪਾਸਟਰ ਜੀ ਮੈਂ ਮਤਲਬ ਕੋਈ ਫੈਸਲਾ ਨਹੀਂ, ਮੈਂ ਇੱਦਾਂ ਹੀ ਸੋਚਿਆ, ਮੈਂ ਕਿਹਾ ਰਹਿਣ ਦੋ, ਚਲੋ ਕਹਿ ਕੂ ਕੇ ਆਪੇ ਨਾ ਚੱਲ ਜਾਣਾ ਤੇ ਮੈਂ ਨਹੀਂ ਜਾਣਾ ਚਰਚ। ਮੈਂ ਫਿਰ ਵੀ ਮੇਰੇ ਦਿਲ 'ਚ ਇਹੀ ਮਨਾਇਆ ਸੀਗਾ ਤੇ ਫਿਰ ਉਹ ਆਪਣੇ ਸੋਚਿਆ ਹੋਊਗਾ ਕਿ ਪਹਿਲੇ ਜੇ ਤੋਂ ਚੰਗੀ ਨਹੀਂ ਹੋਈ ਤੇ ਹੁਣ ਮੈਂ ਉੱਥੇ ਚਰਚ ਵਿੱਚ ਜਾ ਕੇ ਕਿੱਦਾਂ ਚੰਗੀ ਹੋ ਜਾਣੀ। ਕਿਉਂਕਿ ਅਸੀਂ ਫੈਸਲਾ ਕੀਤਾ ਸੀ ਵੀ ਮੈਂ ਵਧਾਈ ਦੇਣਾ ਹੈਗਾ, ਹੁਣ ਮੈਂ ਕਿੱਥੇ ਵੀ ਨਹੀਂ ਜਾਣਾ, ਹਾਰ ਕੇ ਬੈਠੀ ਸੀਗੀ ਇਸ ਗੱਲ ਤੋਂ ਵੀ। ਹਾਂਜੀ ਹਾਂਜੀ। ਤੇ ਬਸ ਉਹ ਵਿਚਾਰੀ ਕਹਿ ਕੇ ਚੱਲ ਗਈ ਤੇ ਮਤਲਬ ਫਿਰ ਸੰਡੇ ਆਇਆ ਤੇ ਫਿਰ ਮਤਲਬ ਮੈਂ ਆਪਣੇ ਮਤਲਬ ਘਰ ਦਾ ਕੰਮ ਧੰਦਾ ਕਰਦੀ ਪਈ ਸੀ। ਉਹ ਆਈ, ਮੈਨੂੰ ਸਮਝਾਇਆ ਉਹਨੇ ਕਿ ਚੱਲਦੇ ਆਪਾਂ ਚਰਚ। ਮੈਂ ਕਿਹਾ ਮੇਰਾ ਪਤੀ ਬੋਲੂਗਾ, ਉਹ ਕੰਮ ਤੇ ਗਿਆ ਤੇ ਮੈਂ ਕਿੱਦਾਂ ਜਾਣ ਦਊਗਾ ਜਾਂ ਨਹੀਂ ਜਾਣ ਦਊਗਾ, ਵੀ ਅਗਲੀ ਵਾਰੀ ਦੇਖਾਂਗੇ। ਫਿਰ ਉਹ ਆ ਗਈ ਮਤਲਬ ਚਰਚ, ਜਿੱਦਾਂ ਮੈਨੂੰ ਕਹਿ ਕੂ ਕੇ ਤੇ ਮੈਂ ਨਹੀਂ ਆਈ ਪਾਸਟਰ ਜੀ। ਫਿਰ ਜਿੱਦਾਂ ਸ਼ਾਮ ਨੂੰ ਘਰੇ ਆਈ, ਫਿਰ ਉਹਨੇ ਮੈਨੂੰ ਪੁੱਛਿਆ ਕਿ ਤੂੰ ਆਪਣੇ ਪਤੀ ਨੂੰ ਪੁੱਛਿਆ? ਕਿ ਮੈਂ ਕਹਿੰਦਾ ਨਹੀਂ ਪੁੱਛਿਆ, ਮੈਂ ਭੁੱਲ ਗਈ, ਇਹ ਵੀ ਨਹੀਂ ਸੀ ਉਸ ਟਾਈਮ ਘਰੇ। ਤੇ ਫਿਰ ਮਤਲਬ ਕਹਿੰਦੀ ਕੋਈ ਨਹੀਂ ਤੂੰ ਪੁੱਛੀ, ਅਗਲੇ ਸੰਡੇ ਤੱਕ ਜ਼ਰੂਰ ਤੂੰ ਮਤਲਬ ਤਿਆਰ ਰਹੀ। ਮੈਂ ਕਿਹਾ ਠੀਕ ਆ। ਤੇ ਫਿਰ ਮੈਂ ਉਹਦੀ ਗੱਲ ਨੂੰ ਟਾਲ ਦਿੱਤਾ। ਜਿੱਦਾਂ ਫਿਰ ਸੰਡੇ ਆਇਆ, ਫਿਰ ਉਹ ਮੈਨੂੰ ਕਹਿ ਕੇ ਚਲੇ ਗਈ, ਫਿਰ ਮਤਲਬ ਮੈਂ ਗੱਲ ਨੂੰ ਟਾਲ ਦਿੱਤੀ, ਨਹੀਂ ਗਈ ਪਾਸੇ। 2-3 ਸੰਡੇ ਇੱਦਾਂ ਹੀ ਹੁੰਦਾ ਰਿਹਾ। ਤੇ ਇੱਕ ਦਿਨ ਪਾਸੇ ਉਹਨੇ ਬੜੀ ਜ਼ਿਆਦਾ ਜਿੱਦ ਕਰ ਲਈ ਹੈ ਕਿ ਮੈਂ ਅੱਜ ਤੈਨੂੰ ਲੈ ਕੇ ਹੀ ਜਾਣਾ, ਭਾਵੇਂ ਕੁਛ ਵੀ ਹੋ ਜਾਏ, ਪਰਮੇਸ਼ਵਰ ਤੈਨੂੰ ਚੰਗਾ ਕਰਨਾ ਚਾਹੁੰਦਾ ਤੇ ਪਰਮੇਸ਼ਵਰ ਦੀ ਦਇਆ ਨਾਲ ਤੂੰ ਚੰਗੀ ਹੋਵੇਂਗੀ, ਮੈਨੂੰ ਵਿਸ਼ਵਾਸ ਹੈ, ਤੂੰ ਚੱਲ ਚਰਚ। ਫਿਰ ਪਾਸੇ ਮੈਂ ਗੱਲਾਂ 'ਤੇ ਮਤਲਬ ਟਾਲਦੀ ਰਹੀ, ਮੈਂ ਕੱਪੜੇ ਲੀੜੇ ਵੀ ਧੋਂਦੀ ਰਹੀ ਨਾਲ ਦੀ ਨਾਲ। ਫਿਰ ਉਹ ਕਹਿੰਦੀ ਕਿ ਕੋਈ ਨਹੀਂ ਤੂੰ ਧੋ ਲੈ, ਜਿੰਨੇ ਮਰਜ਼ੀ ਕੱਪੜੇ ਧੋ ਲੈ, ਨਹਾ ਲੈ, ਜੋ ਮਰਜ਼ੀ ਕਰ ਲੈ, 12-1 ਵਜੇ ਤੱਕ ਕਦੋਂ ਵੀ ਤੂੰ ਵਿਹਲੀ ਹੋਵੇਂਗੀ, ਮੈਂ ਤੈਨੂੰ ਅੱਜ ਚਰਚ ਹੀ ਲੈ ਕੇ ਜਾਣਾ। ਫਿਰ ਮੈਂ ਸੋਚਿਆ ਜੀ ਵਿਚਾਰੀ ਇੱਦਾਂ ਕਰਦੀ ਪਈ ਹੈ ਤਾਂ ਮੈਂ ਕਿਉਂ ਨਾ ਇਹਦੀ ਗੱਲ ਮੰਨ ਲਵਾਂ, ਸ਼ਾਇਦ ਜਾ ਕੇ ਵੇਖ ਲੈਂਦੀ। ਮੈਨੂੰ ਕੀ ਹੈ, ਜਿੱਥੇ ਇੰਨਾ ਜਾ ਕੇ ਦੇਖਿਆ ਕਿ ਵੀ ਇਹ ਵੀ ਜਾ ਕੇ ਦੇਖ ਲੈਂਦੀਆਂ, ਸ਼ਾਇਦ ਕੁਝ ਬਣ ਜਾਵੇ ਤਾਂ ਬਣ ਜਾਏ, ਨਹੀਂ ਤਾਂ ਮੈਂ ਕਿਹੜਾ ਚਰਚ ਜਾਣਾ। ਮਤਲਬ ਦੋਗਲਾ ਜਿਹਾ ਮਨ ਬਣਾ ਕੇ ਪਾਸਟਰ ਜੀ ਮੈਂ ਚਰਚ ਦੇ ਵਿੱਚ ਆਈ ਉਹਦੇ ਕਹਿਣ ਦੇ ਨਾਲ। ਬਸ ਜੀ ਹਾਂਜੀ, ਜਿੱਦਾਂ ਮੈਂ ਉਹਦੇ ਕਹਿਣ ਦੇ ਨਾਲ ਮਤਲਬ ਆ ਤਾਂ ਗਈ ਚਰਚ। ਫਿਰ ਮਤਲਬ ਜਿੱਦਾਂ ਮੈਂ ਚਰਚ ਦੇ ਵਿੱਚ ਆਈ ਤੇ ਮਤਲਬ ਜਿੱਦਾਂ ਸਾਰੇ ਪ੍ਰਾਰਥਨਾ ਕਰਦੇ ਸੀ, ਮੈਨੂੰ ਮਤਲਬ ਅਜੀਬ ਜਿਹਾ ਲੱਗਦਾ ਸੀ ਕਿ ਉਹ ਨਵੀਂ ਸੀ, ਮੈਨੂੰ ਨਹੀਂ ਸੀ ਇਸ ਬਾਰੇ ਕੁਛ ਪਤਾ ਸੀ ਤੇ ਮਤਲਬ ਅਜੀਬ ਜਿਹਾ ਲੱਗਦਾ ਪਿਆ ਸੀ। ਤੇ ਪਾਸੇ ਜਦੋਂ ਮਤਲਬ ਸਾਰੇ ਆਰਾਧਨਾ ਪ੍ਰਾਰਥਨਾ ਸਮਾਪਤ ਹੋ ਗਈ, ਤੁਸੀਂ ਪ੍ਰਚਾਰ ਕੀਤਾ, ਪਰਮੇਸ਼ਰ ਦਾ ਵਚਨ ਸੁਣਾਇਆ ਤੇ ਮੈਂ ਵਚਨ ਨੂੰ ਬੜੇ ਧਿਆਨ ਨਾਲ ਸੁਣਿਆ ਪਾਸਟਰ ਜੀ। ਕੁਛ ਗੱਲਾਂ ਮੈਨੂੰ ਇਹ ਜਿਹਾ ਮਤਲਬ ਬਹੁਤ ਜ਼ਿਆਦਾ ਚੰਗੀਆਂ ਲੱਗੀਆਂ, ਪਰਮੇਸ਼ਰ ਦੀ ਆਤਮਾ ਨੂੰ ਮੈਨੂੰ ਛੂਹਿਆ ਵੀ। ਮਤਲਬ ਉਸ ਤੋਂ ਜੋ ਪ੍ਰਭੂ ਦੇ ਦਾਸ ਵਚਨ ਦਾ ਪ੍ਰਚਾਰ ਕਰਦੇ ਸੀ, ਉਸ ਪ੍ਰਚਾਰ ਦੁਆਰਾ ਤੁਹਾਨੂੰ ਪਵਿੱਤਰ ਆਤਮਾ ਨੇ ਛੂਹਿਆ। ਹਾਂਜੀ ਪਾਸਟਰ ਜੀ, ਮਤਲਬ ਮੈਂ ਆਤਮਿਕ ਬੁੱਧੀ ਖੁੱਲੀ, ਜਿੱਦਾਂ ਮਤਲਬ ਮੈਨੂੰ ਕੁਝ ਸਮਝ ਆਈ ਪਾਸਟਰ ਜੀ ਪਰਮੇਸ਼ਰ ਦੇ ਬਾਰੇ, ਵੀ ਪਰਮੇਸ਼ਰ ਕਿੰਨਾ ਦਿਆਲੂ ਹੈ, ਕਿੰਨਾ ਭਲਾ ਪਰਮੇਸ਼ਵਰ ਹੈ, ਮੇਰੇ 'ਤੇ ਕਿਰਪਾ ਕਰੂਗਾ ਪਰਮੇਸ਼ਰ। ਇੱਦਾਂ ਦਾ ਮਤਲਬ ਮੇਰਾ ਜਿੱਦਾਂ ਵਿਸ਼ਵਾਸ ਹੋ ਗਿਆ ਪਾਸਟਰ ਜੀ। ਕੁਛ ਵਚਨਾਂ ਨੇ ਮੈਨੂੰ ਛੂਹਿਆ ਪਰਮੇਸ਼ਰ ਦੇ। ਅਤੇ ਫਿਰ ਪਾਸਟਰ ਜੀ ਜਿੱਦਾਂ ਮੈਂ ਉਹ ਸੰਡੇ ਮੈਂ ਗਏ, ਤੁਸੀਂ ਮੇਰੇ 'ਤੇ ਪ੍ਰਾਰਥਨਾ ਵੀ ਕੀਤੀ, ਮਸਾ ਕੀਤਾ, ਤੇਲ ਦਿੱਤਾ, ਮੈਂ ਉਹਨੂੰ ਲਾਉਂਦੀ ਰਹੀ। ਫਿਰ ਮੈਂ ਇਹਨਾਂ ਤੋਂ ਪੁੱਛਣਾ ਵੀ ਮੈਨੂੰ ਪ੍ਰਾਰਥਨਾ ਕਰਨੀ ਸਿਖਾਓ। ਫਿਰ ਮੈਂ ਜਿੱਦਾਂ ਮਤਲਬ ਥੋੜ੍ਹੀ 1-2 ਸ਼ਬਦਾਂ ਦੇ ਵਿੱਚ ਪ੍ਰਾਰਥਨਾ ਕਰਦੀ ਰਹੀ, ਪਰਮੇਸ਼ਰ ਦੀ ਬੰਦਗੀਆਂ ਦੇ ਵਿੱਚ ਮਤਲਬ ਆਉਂਦੀ ਰਹੀ। ਅਤੇ ਦੂਸਰੇ ਸੰਡੇ ਪਾਸਟਰ ਜੀ ਮੈਂ ਆਈ ਤੇ ਫਿਰ ਤੁਸੀਂ ਮਤਲਬ ਪ੍ਰਾਰਥਨਾ ਕੀਤੀ। ਉਹ ਦੂਸਰੇ ਸੰਡੇ ਮੈਂ ਬਿਲਕੁਲ ਮਤਲਬ ਪੈਰ ਤੋਂ ਤਾਂ ਠੀਕ ਬਿਲਕੁਲ ਹੀ ਹੋ ਗਈ ਪਾਸਟਰ ਜੀ, ਮਤਲਬ ਚੰਗਾਈ ਮੈਨੂੰ ਮਿਲ ਗਈ। ਤੇ ਫਿਰ ਵੀ ਤੁਸੀਂ ਵਚਨ ਸੁਣਾਇਆ, ਫਿਰ ਵੀ ਉਹ ਮੈਂ ਵਚਨਾਂ ਨੂੰ ਸੁਣਿਆ। ਤੇ ਪਾਸਟਰ ਜੀ ਮੈਂ ਇੱਕੋ ਹੀ ਮਨ ਇਹੀ ਬਣਾ ਲਿਆ ਸੀ ਉਸ ਟਾਈਮ ਤੋਂ ਵੀ ਮਤਲਬ ਮੈਨੂੰ ਚੰਗਾਈ ਮਿਲੇ ਚਾਹੇ ਨਾ ਮਿਲੇ, ਕਿਉਂਕਿ ਮੈਂ ਪਰਮੇਸ਼ਰ ਨੂੰ ਜਾਣ ਲਿਆ ਵੀ ਅਸਲੀ ਪਰਮੇਸ਼ਰ ਇਹੀ ਪਰਮੇਸ਼ਰ, ਹੋਰ ਕੋਈ ਪਰਮੇਸ਼ਵਰ ਨਹੀਂ। ਹਾਲੇਲੂਇਆ। ਬਸ ਉਸ ਦਿਨ ਬਾਅਦ ਪਾਸਟਰ ਜੀ ਮੈਂ ਆਪਣਾ ਮਤਲਬ ਯਕੀਨ ਬਣਾ ਲਿਆ, ਮਨ ਬਦਲ ਲਿਆ ਵੀ ਦੁਨੀਆ ਭਾਵੇਂ ਜੋ ਮਰਜ਼ੀ ਕਹੇ, ਘਰ ਦੇ ਭਾਵੇਂ ਆਣ ਦੇਵੇ ਚਾਹੇ ਨਾ ਆਣ ਦੇਵੇ, ਪਰ ਮੈਂ ਪਰਮੇਸ਼ਰ ਦੇ ਘਰ ਜਾਣਾ ਕਦੇ ਨਹੀਂ ਛੱਡਾਂਗੀ। ਮੈਂ ਪਰਮੇਸ਼ਰ ਦੇ ਘਰ ਦੇ ਵਿੱਚ ਜਾਣਾ ਹੀ ਜਾਣਾ, ਕਿਉਂਕਿ ਬਚਨਾਂ ਨੇ ਮੈਨੂੰ ਬਹੁਤ ਜ਼ਿਆਦਾ ਛੂਹ ਲਿਆ ਸੀ ਪਾਸਟਰ ਜੀ। ਜੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਾਸਟਰ ਜੀ ਮੈਂ ਕਦੇ ਵੀ ਮਤਲਬ ਸੰਡੇ ਕੋਈ ਕਿਸੇ ਵਜ੍ਹਾ ਨਾਲ ਕੋਈ ਮਤਲਬ ਮਿਸ ਹੋ ਗਿਆ ਹੋਣਾ, ਨਹੀਂ ਤਾਂ ਪਾਸਟਰ ਜੀ ਉਸ ਦਿਨ ਤੋਂ ਬਾਅਦ ਮੈਂ। ਉਸ ਤੋਂ ਬਾਅਦ ਜੋ ਤੁਸੀਂ ਸੰਡੇ ਆਪਣੀ ਹੀਲਿੰਗ ਲਈ ਆਏ ਸੀਗੇ, ਹਾਂਜੀ ਪਾਸਟਰ, ਔਰ ਮੈਂ ਚਾਹੁੰਦਾ ਕਿ ਉਹਦੇ ਬਾਰੇ ਤੁਸੀਂ ਦੱਸੋ। ਜਦੋਂ ਤੁਸੀਂ ਫਸਟ ਟਾਈਮ ਆਏ, ਪ੍ਰੇਅਰ ਹੋਈ, ਕਿੰਨੇ ਚਿਰ ਬਾਅਦ ਤੁਹਾਡੀ ਲਾਈਫ ਵਿੱਚ ਹੀਲਿੰਗ ਹੋਈ? ਹਾਂਜੀ ਪਾਸਟਰ ਮਤਲਬ 2 ਸੰਡੇ ਬਾਅਦ ਹੀ। ਓਕੇ, ਜਿਸ ਤਰ੍ਹਾਂ ਪਹਿਲੇ ਸੰਡੇ ਆਏ ਤੁਸੀਂ, ਤੁਹਾਡੇ ਲਈ ਪ੍ਰੇਅਰ ਹੋਈ, ਦੂਸਰੇ ਜਦੋਂ ਸੰਡੇ ਤੁਸੀਂ ਆਏ ਫਿਰ ਪ੍ਰੇਅਰ ਹੋਈ, ਔਰ ਤੁਸੀਂ ਦੇਖਿਆ ਕਿ ਤੁਹਾਡੇ ਪੈਰ ਦਾ ਰੋਗ ਤੁਹਾਨੂੰ ਪੂਰੀ ਤਰ੍ਹਾਂ ਛੱਡ ਕੇ ਚਲਾ ਗਿਆ। ਹਾਂਜੀ ਪਾਸਟਰ ਬਿਲਕੁਲ। ਔਰ ਉਹ ਪੈਰ ਦਾ ਰੋਗ ਜੋ 14 ਸਾਲ ਤੋਂ ਸੀਗਾ, ਔਰ ਤੁਸੀਂ ਹਰ ਇੱਕ ਤਰ੍ਹਾਂ ਤਰੀਕੇ ਅਪਣਾ ਲਏ, ਪਰ ਤੁਸੀਂ ਚੰਗੇ ਨਹੀਂ ਹੋ ਪਾਏ। ਪਰ ਜਿੱਦਾਂ ਤੁਸੀਂ ਪ੍ਰਭੂ ਦੇ ਘਰ ਆਏ ਪਹਿਲੇ ਸੰਡੇ ਔਰ ਦੂਸਰੇ ਸੰਡੇ, ਤੁਸੀਂ ਦੇਖਿਆ ਕਿ ਰੋਗ ਤੁਹਾਡੇ ਸਿਰ ਨੂੰ ਛੱਡ ਕੇ ਚਲਾ ਗਿਆ। ਔਰ ਕਿੰਨੇ ਸਮੇਂ ਤੋਂ ਤੁਸੀਂ ਚੰਗੇ ਆ? ਹੁਣ ਪਾਸਟਰ ਜੀ ਉਦੋਂ ਦੇ ਮੈਂ ਹੋ ਗਏ 4-5 ਸਾਲ ਹੋ ਗਏ। 4-5 ਸਾਲ ਤੱਕ ਹੋ ਗਿਆ। ਔਰ ਦੁਬਾਰਾ ਕਦੀ ਉਹ ਰੋਗ ਨਹੀਂ ਲੱਗਾ? ਕਦੇ ਵੀ ਦੁਬਾਰਾ ਨਹੀਂ ਹੋਇਆ ਪਾਸਟਰ ਜੀ, ਬਿਲਕੁਲ ਠੀਕ ਆ। ਉਸ ਦਿਨ ਤੋਂ ਬਾਅਦ ਮੈਨੂੰ ਇੱਕ ਵਾਰੀ ਵੀ ਨਹੀਂ ਹੋਇਆ ਪਾਸਟਰ ਜੀ। ਸਭ ਪਰਮੇਸ਼ਰ ਦੀ ਮਹਿਮਾ ਲਈ